और डॉक्टर प्रगट सिंह भुर जी हुणां नाल खास तौर ते इहदे बारे गलबात करते हैं। डॉक्टर साहब बहुत बहुत स्वागत है जी आयन। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਇੱਕ ਨਿੱਜੀ ਜਿਹੜਾ ਮਸਲਾ ਆ ਉਹਨੂੰ ਅਸੀਂ ਇੱਥੇ ਸ਼ੇਅਰ ਕਰ ਰਹੇ ਹਾਂ ਤੁਹਾਡੀ ਇਜਾਜ਼ਤ ਤੋਂ ਬਿਨਾਂ, ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਕਿ ਤੁਹਾਡੀ ਬੇਟੀ ਦੇ ਵਿਆਹ ਦੀ ਹੈ ਜੀ। ਬਹੁਤ ਬਹੁਤ ਧੰਨਵਾਦ ਜਸਕਰਨ ਜੀ। ਔਰ ਮੇਰੀ ਬੇਟੀ ਡਾਕਟਰ ਗੁਰਦੇਵ ਕੌਰ MD FRCP ਸੀ, ਜਿਹੜੀ ਮੇਰਾ ਟਾਈਟਲ ਹੈ, ਉਹ ਵੀ ਸਪੈਸ਼ਲਿਸਟ ਹੈ। ਮੈਂ ਜੀ ਜਨਮ ਤੋਂ 16-18 ਸਾਲ ਤੱਕ ਦੇਖਦਾ। ਉਹ 16-18 ਸਾਲ ਤੋਂ ਬਜ਼ੁਰਗੀ ਤੱਕ ਜਿਵੇਂ ਸਪੈਸ਼ਲਿਸਟ ਹੁੰਦੇ ਇੰਟਰਨਲ ਮੈਡੀਸਿਨ, ਔਰ ਜ਼ਿਆਦਾ ICU 'ਚ ਕੰਮ ਕਰਦੀ ਹੈ, ਫਰੇਜ਼ਰ ਹੈਲਥ 'ਚ ਕੰਮ ਕਰਦੀ ਹੈ। ਔਰ ਉਹਨਾਂ ਦਾ ਜਿਹੜਾ ਆਨੰਦ ਕਾਰਜ ਦਾ ਹੈਗਾ ਸੀ ਪ੍ਰੋਗਰਾਮ, ਐਕਚੁਅਲੀ ਕੁਛ ਮਹੀਨੇ ਬਾਅਦ ਸੀ, ਜੀ ਲੇਕਿਨ ਆ ਕੋਵਿਡ ਦੀ ਸਿਚੁਏਸ਼ਨ ਕਰਕੇ ਸਾਰੇ ਨੇ ਬੰਬੇ ਤੋਂ, ਮੇਰੀ ਸਾਰੇ ਬੇਸ ਬੰਬੇ ਆ, ਬੰਬੇ, ਦਿੱਲੀ, ਆਸਟ੍ਰੇਲੀਆ, ਇੰਗਲੈਂਡ ਤੋਂ ਟਿਕਟਾਂ ਕਟਾਈਆਂ ਸੀ, ਲੇਕਿਨ ਫਿਰ ਉਹ ਆ ਨਹੀਂ ਸਕਦੇ ਸੀ। ਔਰ ਇਹ ਜਿਹੜੇ ਰਿਸਟ੍ਰਿਕਸ਼ਨਸ ਹੈ ਮੇਰੇ ਖਿਆਲ ਨਾਲ ਸਾਲ ਤੱਕ ਹੋ ਰਹਿਣਗੇ, ਜਿਹੜੇ ਫਿਜ਼ੀਕਲ ਡਿਸਟੈਂਸ 50 ਤੋਂ ਜ਼ਿਆਦਾ ਆਪਾਂ ਗੈਟ ਟੂਗੇਦਰ ਨਹੀਂ ਕਰ ਸਕਦੇ। ਔਰ ਉਹ ਜਿੱਦਾਂ ਇਕੱਲੀ ਹੀ ਰਹਿੰਦੇ ਸੀ, ਆਪਣਾ ਉਹਦਾ ਘਰ ਹੈਗਾ, ਤੇ ਜਿਹਦੇ ਨਾਲ ਉਹਨਾਂ ਦਾ ਵਿਵਾਹ ਹੋਣਾ ਸੀ ਉਹ ਵੈਂਕੂਵਰ ਰਹਿੰਦਾ ਸੀ ਮੁੰਡਾ। ਤੇ ਫਿਰ ਉਹਨਾਂ ਨੇ ਡਿਸਾਈਡ ਕੀਤਾ ਵੀ ਆਪਾਂ ਕਿਉਂ ਨਾ ਇੱਕ ਜਗ੍ਹਾ ਹੋ ਜਾਏ, ਕਿਉਂਕਿ ਮੇਰੇ ਘਰ ਮੇਰੇ ਮਦਰ 84 ਸਾਲ ਦੇ, ਔਰ ਉਹ ਜੀ ਫਸਟ ਲਾਈਨ 'ਚ ਕੰਮ ਕਰਦੀ। ਉਹ ਕਹਿੰਦੀ ਮੈਂ ਸਾਡੇ ਘਰ ਘੱਟ ਆਉਂਦੀ ਆਉਂਦੀ ਵੀ ਤੇ N95 ਮਾਸਕ ਲਾ ਕੇ ਆਉਂਦੀ ਵੀ ਕਿਤੇ ਮੈਂ ਆਪਣੇ ਪੈਰੈਂਟਸ ਨੂੰ ਜਾਂ ਗ੍ਰੈਂਡ ਮਦਰ ਨੂੰ COVID-19 ਨਾ ਦੇ ਜਾਵਾਂ। ਸੋ ਇਸ ਲਈ ਉਹਦੇ ਦੇਖ ਰੇਖ ਵਾਸਤੇ ਵੀ ਚਾਹੀਦਾ ਸੀ। ਸੋ ਹਾਲਾਤ ਦੇ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ, ਔਰ ਬੱਚੇ ਜਿਹੜੇ ਹੈਗੇ ਬੜੇ ਸਿਆਣੇ ਆ। ਸੋ ਇੱਕ ਸਧਾਰਨ ਆਨੰਦ ਕਾਰਜ ਦਾ ਜਿਹੜਾ ਰਸਮ ਰਿਵਾਜ ਹੋਇਆ, ਮੇਰਾ ਬੇਟਾ ਪਵਨ ਸਿੰਘ ਤੇ ਬੇਟੀ ਅੰਮ੍ਰਿਤ ਕੌਰ ਮਾਸਕ ਦੇ ਲੱਗ ਕੇ ਖਲੋਤੇ ਸੀ ਉਸ ਦੌਰਾਨ। ਜੀ ਔਰ ਉਹਨੂੰ ਪਤਾ ਨਹੀਂ ਸੀ ਵੀ ਅਸੀਂ ਪਾਰਟਿਸਿਪੇਟ ਕਰਨਾ। ਅਸੀਂ ਜ਼ੂਮ ਦੇ ਨਾਲ ਉਹ ਪਾਰਟਿਸਿਪੇਟ ਕੀਤਾ, ਜਿਹੜਾ ਵਰਚੁਅਲ ਟੈਕਨੋਲੋਜੀ ਹੈਗੀ ਆ। ਉਸ ਤੋਂ ਬਾਅਦ ਉਹਨੂੰ ਪਤਾ ਨਹੀਂ ਸੀ, ਇਹ ਸਰਪ੍ਰਾਈਜ਼ ਸੀ। ਕਰੀਬਨ 25 ਸਾਡੇ ਬਹੁਤ ਕਲੋਜ਼ ਫੈਮਿਲੀ ਮੈਂਬਰ ਔਰ ਬੜੇ ਕਲੋਜ਼ ਜਿਹੜੇ ਸਾਡੇ ਦੋਸਤ ਹੈਗੇ, ਜਿਹੜੇ ਉਹਦੇ ਵੀ ਬਚਪਨ ਤੋਂ ਲਾਈਫ ਦੇ ਵਿੱਚ ਇਨਵੋਲਵ ਸੀ, ਉਹ ਫੈਮਲੀਜ਼। ਔਰ ਉਹਨਾਂ ਨੇ ਸਾਰਿਆਂ ਨੇ ਇੱਕ ਇੱਕ ਬੈਨਰ ਬਣਾਇਆ ਹੋਇਆ ਸੀ। ਔਰ ਦੇਖੋ ਘਰ ਹੋਰ ਜਿਹੜਾ ਡਰਾਈਵਵੇ, ਜਿਹੜੀ ਰੋਡ ਹੈ, ਕਰੀਬਨ 20-25 ਫੁੱਟ ਦਾ ਡਿਸਟੈਂਸ ਆ ਉੱਥੋਂ ਦੀ। ਅੱਧਾ ਅੱਧਾ ਮਿੰਟ, ਇੱਕ ਇੱਕ ਮਿੰਟ ਖੜੇ ਹੋ ਕੇ ਆਪਣਾ ਆਸ਼ੀਰਵਾਦ ਦਿੱਤਾ, ਆਪਣੇ ਵਾਹ ਬੈਨਰਸ ਦਿਖਾਏ। ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਪਾਰਟਿਸਿਪੇਸ਼ਨ ਆ ਉਹ ਦਿਲੋਂ ਹੋਈ, ਦਿਲੋਂ ਅਸੀਸ ਮਿਲੀ। ਔਰ ਜਿਹੜੇ ਦਿਲੋਂ ਉਹਨਾਂ ਨੇ ਉਹਦੇ ਝੋਲੀ 'ਚ, ਔਰ ਮੁੰਡੇ ਦੇ ਝੋਲੀ 'ਚ ਸੋਨੇ ਦੇ ਸਿੱਕੇ, ਹੀਰੇ ਮੋਤੀ ਪਾਏ, ਉਹ ਆਪਣੇ ਦਿਲ ਦੀ ਬੁਗਨੀ 'ਚ ਪੂਰੀ ਉਮਰ ਸੰਭਾਲ ਕੇ ਰੱਖਣਗੇ। ਸੋ ਇਹਦੇ 'ਚ ਸਾਨੂੰ ਇਹ ਦੇਖਣਾ ਚਾਹੀਦਾ ਵੀ ਪਹਿਲੀ ਗੱਲ ਤਾਂ ਸਾਡੇ ਜਿਹੜੇ ਆਨੰਦ ਕਾਰਜ ਆ ਜਾਂ ਮੈਰਿਜਸ ਆ, ਬਹੁਤ ਜ਼ਿਆਦਾ ਲੈਵਿਸ਼ ਹੋ ਗਏ। ਇੱਕ ਇੱਕ ਹਫ਼ਤਾ ਮਿਨੀਮਮ ਚੱਲਦਾ, ਕਰੀਬਨ ਕਰੀਬਨ $2 ਲੱਖ ਦਾ ਖਰਚਾ ਹੁੰਦਾ। 4-5 ਪਾਰਟੀਆਂ ਜਿਹੜੀਆਂ ਵਿਆਹ ਤੋਂ ਪਹਿਲੋਂ ਅਨਨੈਸੈਸਰੀ ਹੁੰਦੀਆਂ, ਫਿਰ ਆਨੰਦ ਕਾਰਜ ਤੋਂ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਵੀ ਇੰਨਾ ਵੱਡੇ ਇਕੱਠ ਹੁੰਦੇ ਆ। ਸੋ ਕਿਤੇ ਨਾ ਕਿਤੇ ਸਾਨੂੰ ਸੋਚਣਾ ਚਾਹੀਦਾ ਵੀ ਜਿਹੜਾ ਰੀਅਲ ਸਿਧਾਂਤ ਹੈਗਾ, ਜਿਹੜਾ ਮਹਾਰਾਜ ਖੁਦ ਕਹਿੰਦੇ ਆ ਵੀ ਧੰਨ ਫਿਰ ਕਹੀਏ ਨਾਨਕਾ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਸੋ ਦੋ ਮਨ ਤੇ ਦੋ ਆਤਮਾ ਦਾ ਮਿਲਾਪ ਹੈ, ਉਹ ਇੰਪੋਰਟੈਂਟ ਆ। ਦੋਵਾਂ ਨੂੰ ਆਨੰਦ ਕਾਰਜ ਦੀ ਪੂਰੀ ਨੌਲੇਜ ਹੈਗੀ, ਮੁੰਡੇ ਔਰ ਕੁੜੀ ਨੂੰ। ਦੋਵਾਂ ਨੇ ਅਰਦਾਸ ਕਰਕੇ ਮਹਾਰਾਜ ਦਾ ਹੁਕਮਨਾਮਾ ਲੈ ਕੇ ਇਹ ਕੰਮ ਆਰੰਭਿਆ। ਸੋ ਕਿਤੇ ਨਾ ਕਿਤੇ ਮੇਰੇ ਬੱਚੇ ਜਿਹੜੇ ਹੈਗੇ ਉਹ ਵੀ ਗੁਰਮੁਖੀ ਪੜ੍ਹ ਲੈਂਦੇ ਆ, ਉਹ ਵੀ ਅਰਦਾਸ ਕਰਦੇ ਆ, ਉਹਨਾਂ ਦਾ ਵੀ ਫੁੱਲ ਫੇਥ ਆ। ਅਸੀਂ ਭਾਵੇਂ ਕੱਪੜੇ ਬਾਹਰੋਂ ਜਿੰਨੇ ਮਰਜ਼ੀ ਪਾਈ। ਹੋਰ ਦੂਜੀ ਗੱਲ, ਕਿਉਂਕਿ ਸਾਰੇ ਬਿਊਟੀ ਸਲੂਨ ਜਿਹੜੇ ਹੈਗੇ ਬੰਦ ਆ, ਸੋ ਗੁਰਦੇਵ ਨੇ ਕੋਈ ਮੇਕਅਪ ਨਹੀਂ ਕੀਤਾ, ਕੋਈ ਜੁਐਲਰੀ ਨਹੀਂ, ਕੱਪੜੇ ਸਿੰਪਲ। ਸੋ ਸਾਦਗੀ 'ਚ ਜਿਹੜਾ ਆਨੰਦ ਹੈਗਾ, ਉਹ ਜ਼ਰੂਰੀ ਨਹੀਂ ਹੈ ਵੀ ਆਪਾਂ ਆਪਣਾ ਜਲੂਸ ਕਢਾਉਣਾ ਹੁੰਦਾ, ਵਾਲ ਡਿਫਰੈਂਟ ਤਰੀਕੇ ਦੇ ਨਾਲ ਕਰੋ, ਇੰਨਾ ਸਾਰਾ ਮਲਟੀਪਲ ਲੇਅਰ ਮੇਕਅਪ ਲਾਓ ਤੇ ਇੰਨੀ ਸਾਰੀ ਜੁਐਲਰੀ ਦਿਖਾਓ। ਸੋ ਕਿਤੇ ਨਾ ਕਿਤੇ ਸਿੰਪਲਿਸਿਟੀ, ਸਵੀਟਨੈਸ ਔਰ ਸਪਿਰਿਚੁਅਲਿਟੀ ਨਾਲ ਨਾਲ ਚੱਲਦੀ। ਔਰ ਪਰਮਾਤਮਾ ਨੇ ਜਿਹੜੇ 7.7 ਬਿਲੀਅਨ ਇਨਸਾਨ ਬਣਾਏ, ਉਹ ਸਾਰੇ ਖੂਬਸੂਰਤ ਆ, ਸਾਰੇ ਹੀ ਬਹੁਤ ਵਧੀਆ ਲੱਗਦੇ ਆ। ਖਾਲੀ ਆਪਣੇ ਆਪ ਨੂੰ ਤੁਸੀਂ ਐਮਫੋਸਿਸ ਦੇਣਾ ਵੀ ਜੋ ਮਹਾਰਾਜ ਤੂੰ ਬਣਾਇਆ ਬਹੁਤ ਵਧੀਆ ਬਣਾਇਆ, ਔਰ ਮੇਰੇ ਵਰਗਾ ਦੂਜਾ ਹੈ ਹੀ ਨਹੀਂ। ਸੋ ਇਸ ਲਈ ਸਾਦਗੀ ਦੇ ਵਿੱਚ ਜਿਹੜਾ ਆਨੰਦ ਆ ਉਹ ਕਿਤੇ ਨਹੀਂ ਹੋ ਰਹੇ। ਜਿਹੜੀ ਗੱਲਾਂ ਉਹ ਕੱਲ ਵੀ ਬਹੁਤ ਗੱਲਬਾਤ ਚੱਲ ਰਹੀ ਸੀ ਉਹਨਾਂ ਦੇ ਨਾਲ, ਉਹ ਰੋ ਪੈਂਦੇ ਆ ਵੀ ਸਾਡੇ ਲਈ, ਕਿਉਂਕਿ ਉਹ ਲੋਨਲੀ ਫੀਲ ਕਰ ਰਹੇ ਸੀ। ਔਰ ਜਿਹੜਾ ਅਸੀਂ ਇਹ ਕਾਰਾਂ ਦਾ ਜਿਹੜਾ ਕੰਮ ਕੀਤਾ, ਉਹਦੇ ਕਰਕੇ ਜੋ ਬਣਿਆ ਇਹ ਮਹਾਰਾਜ ਨੇ ਆਪੇ ਕਰਵਾਇਆ। ਔਰ ਇੱਕ ਅੱਛਾ ਰੋਲ ਮਾਡਲਿੰਗ ਵੀ ਹੋਈ ਵੀ ਮੈਰਿਜਸ ਹੋ ਸਕਦੀਆਂ। ਬਿਲਕੁਲ ਅਗਾਂਹ ਡਾਕਟਰ ਸਾਹਿਬ ਚੱਲ ਕੇ ਸਾਨੂੰ ਅਗਲੇ ਸਾਲ ਜਿਹੜਾ ਹੈਗਾ ਥੋੜਾ ਜਿਹਾ ਉਹ ਚਾਹੁੰਦੇ ਆ ਵੀ ਜਿਹੜੇ ਉਹਨਾਂ ਦੇ ਰਿਲੇਟਿਵਸ ਹੈਗੇ ਆ ਉਹ ਔਰ ਸਾਡੇ ਵੀ ਆ ਕੇ ਮਿਲਣ ਜੁਲਣ। ਸੋ ਸਾਲ ਬਾਅਦ ਸ਼ਾਇਦ ਇੱਕ ਹੋਰ ਇਵੈਂਟ ਹੋਏਗਾ।
ਜੀ ਡਾਕਟਰ ਸਾਹਿਬ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਅਕਸਰ ਗੁਰਮਤਿ ਦੀਆਂ ਅਧਿਆਤਮ ਦੀਆਂ ਗੱਲਾਂ ਕਰਦੇ ਹੋ ਔਰ ਤੁਹਾਡੇ ਪਰਿਵਾਰ ਨੇ, ਤੁਹਾਡੇ ਬੱਚਿਆਂ ਨੇ ਉਸ ਚੀਜ਼ ਨੂੰ ਅੱਗੇ ਕੈਰੀ ਕੀਤਾ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇੱਕ ਐਗਜ਼ਾਮਪਲ ਸੈੱਟ ਕੀਤੀ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਆ। ਕੁਦਰਤ ਦੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਉੱਤੇ ਬਹੁਤ ਕਿਰਪਾ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਕਿੰਨਾ ਚਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਰਹੂਗਾ ਜਿੱਦਾਂ ਤੁਹਾਡੇ ਇੱਕ ਤੁਸੀਂ ਕੀਤਾ? ਕੀ ਲੋਕਾਂ ਨੂੰ ਇੱਦਾਂ ਕਰ ਲੈਣਾ ਚਾਹੀਦਾ, ਜਾਂ ਤੁਹਾਨੂੰ ਐਜ਼ ਅ ਫਾਦਰ ਇਹ ਫੀਲ ਨਹੀਂ ਹੋਇਆ ਕਿ ਇੱਕ ਬਹੁਤ ਵੱਡਾ ਜਸ਼ਨ, ਬਹੁਤ ਸਾਰੇ ਉੱਥੇ, ਤੁਸੀਂ ਵੀ ਪਰਸਨਲੀ ਉੱਥੇ ਨਹੀਂ ਸੀ ਉਹਨਾਂ ਦੇ ਨੇੜੇ, ਤੁਸੀਂ ਵੀ ਕਾਰ ਦੇ ਵਿੱਚ ਘਰ ਦੇ ਹੋਗੇ ਉਹ ਲੰਘੇ ਆ, ਉਹ ਕਿੱਦਾਂ ਦਾ ਮਹਿਸੂਸ ਹੁੰਦਾ ਜੀ? ਦੇਖੋ, ਜਿਹੜੇ ਮਾਹੌਲ ਹੈ, ਜਿਹੜੇ ਟਾਈਮ ਹੈ, ਉਸ ਹਿਸਾਬ ਦੇ ਨਾਲ, ਕਿਉਂਕਿ ਹੁਣ ਉਹਨਾਂ ਦਾ ਵੀ ਜੀਅ ਕਰਦਾ ਸੀ ਵੀ ਅਸੀਂ ਜਿਵੇਂ ਮਾਂ-ਬਾਪ ਨੂੰ ਮਿਲੀਏ, ਜੱਫੀ ਪਾਈਏ, ਆਸ਼ੀਰਵਾਦ ਲਈਏ, ਜੋ ਸਾਡੇ ਸੰਸਕਾਰ ਹੈਗੇ ਆ। ਲੇਕਿਨ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਦਿਲੋਂ ਵੀ ਕਰ ਸਕਦੇ ਆ, ਕਿਉਂਕਿ ਗੁਰਬਾਣੀ ਕਹਿੰਦੀ ਆ, ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਤੁਮਕੋ ਬਿਸਰੋ ਹਰ ਹਰ, ਸਦਾ ਭਜੋ ਜਗਦੀਸ਼, ਕਾਪੜ ਪਰਤ ਪਰਮੇਸ਼ਵਰ ਰਾਖੀ, ਭੋਜਨ ਕੀਰਤਨ ਨਿਤ। ਸੋ ਕਿਤੇ ਨਾ ਕਿਤੇ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਵੀ ਗੁਰਬਾਣੀ ਦਾ ਜਿਹੜਾ ਅਸਲੀ ਸਿਧਾਂਤ ਆ ਉਹ ਸਮਝ ਹੋਣਾ ਚਾਹੀਦਾ, ਔਰ ਉਹ ਇੱਕ ਪ੍ਰਭਾ ਮੰਡਲ ਜਿਹੜਾ ਹੈਗਾ ਉਹ ਬਣ ਕੇ ਰਹਿੰਦਾ ਤੁਹਾਡੇ ਬੱਚਿਆਂ ਦੇ ਇਰਦ ਗਿਰਦ, ਅਗਰ ਦਿਲੋਂ ਅਸੀਸ ਹੋਣ। ਸੋ ਇਹ ਮਤਲਬ ਉਹਨਾਂ ਨੂੰ ਸਮਝ ਗਈ ਗੱਲ, ਔਰ ਉਹਨਾਂ ਨੇ ਬੜੀ ਅਪਰੀਸ਼ੀਏਟ ਕੀਤੀ। ਜਿਹੜੇ ਨਾ ਕੈਨੇਡੀਅਨ ਬੌਰਨ ਬੱਚੇ ਆ ਜੀ, ਉਹ ਸਾਧੂ ਆ। ਅਸੀਂ ਜਿਹੜੇ ਇੰਡੀਆ ਬੌਰਨ ਹੈਗੇ ਆ, ਥੋੜੇ ਜਿਹੇ ਸਟਰੀਟ ਸਮਾਰਟ ਹੈਗੇ ਆ, ਚਲਾਕੀਆਂ ਜਾਣਦੇ ਆ, ਉਸ ਮਾਹੌਲ ਤੋਂ ਆਏ ਆ। ਸੋ ਇੱਥੇ ਦੇ ਬੱਚੇ ਬੜੇ ਕੋਮਲ ਆ, ਬੜੇ ਸਿੱਧੇ ਆ, ਸਟ੍ਰੇਟ ਫਾਰਵਰਡ ਹੈਗੇ ਆ, ਔਰ ਉਹਨਾਂ ਨੂੰ ਅਗਰ ਗੱਲ ਤਰਕ ਦੇ ਨਾਲ ਸਮਝਾਈਏ, ਸਾਇੰਟੀਫਿਕ ਬੇਸਿਸ ਆਫ ਸਪਿਰਿਚੁਅਲਿਟੀ ਦੱਸੀਏ, ਜਿਹੜਾ ਪੂਰਾ ਸ਼ਬਦ ਗੁਰੂ ਸਾਇੰਟੀਫਿਕ ਹੈਗਾ, ਉਹਦੇ 'ਚ ਕੋਈ ਕਿੰਤੂ ਪਰੰਤੂ ਤੁਹਾਨੂੰ ਸਾਇੰਸ ਦੇ ਖਿਲਾਫ ਨਹੀਂ ਮਿਲੂਗੀ, ਤਾਂ ਉਹਨਾਂ ਦੀ ਝੋਲੀ 'ਚ ਪੈਂਦਾ। ਔਰ ਜਿੱਦਾਂ ਮੇਰੀ ਡਾਟਰ ਇੱਥੇ ਹੀ ਸਾਰੀ ਉਹਨੇ ਐਜੂਕੇਸ਼ਨ ਕੀਤੀ ਆ, ਸੋ ਉਹਦੀ ਝੋਲੀ 'ਚ ਬਹੁਤ ਈਜ਼ੀਲੀ ਪੈ ਜਾਂਦਾ ਅਗਰ ਮੈਂ ਉਹਨੂੰ ਮੈਡੀਕਲੀ, ਸਾਇੰਟੀਫਿਕਲੀ, ਸਪਿਰਿਚੁਅਲੀ ਔਰ ਗੁਰਬਾਣੀ ਮੀਡੀਅਮ ਡਿਸਕਸ ਕਰਾਂ। ਜੀ ਡਾਕਟਰ ਸਾਹਿਬ, ਇਹ ਇੱਕ ਜਿਹੜੀ ਹੋਰ ਗੱਲ ਕਿ ਹੁਣ ਕੋਈ ਨਵੀਂ ਅਪਡੇਟ ਇਹਦੇ ਬਾਰੇ ਆਈ ਹੈ, ਖਾਸ ਕਰ ਜਿਹੜੀ ਕਿ ਜਿੱਦਾਂ ਅਮਰੀਕਾ ਦੇ ਵਿੱਚ ਕੁਝ ਥਾਵਾਂ ਨੂੰ ਉਹ ਕਹਿੰਦੇ ਵੀ ਅਸੀਂ ਰੀਓਪਨ ਕਰ ਲੈਣਾ, ਇੱਥੇ ਸਾਰਾ ਕੁਝ ਰੀਓਪਨ ਕਦੋਂ ਹੋਊਗਾ, ਇਹਦੇ ਬਾਰੇ ਕੋਈ ਅਪਡੇਟ ਹੈ ਜੀ? ਦੇਖੋ, ਬੋਨੀ ਹੈਨਰੀ ਜੀ ਨੇ ਅੱਜ ਫੇਰ ਆਖਿਆ ਵੀ ਅਪਡੇਟ ਹੋਏਗੀ ਮਈ 'ਚ। ਫਿਰ ਉਹਨਾਂ ਨੇ ਇੰਡੀਕੇਟ ਨਹੀਂ ਕੀਤਾ ਮਈ ਦੇ ਪਹਿਲੇ ਹਫਤੇ, ਦੂਜੇ ਹਫਤੇ, ਤੀਜੇ ਹਫਤੇ। ਮੈਨੂੰ ਲੱਗਦਾ ਕਰੀਬਨ ਮਈ ਦੇ ਮਿਡਲ 'ਚ ਜਾ ਕੇ ਕੁਝ ਓਪਨ ਹੋਊਗਾ। ਪਹਿਲੀ ਪ੍ਰਾਇੋਰਟੀ ਉਹ ਦੇਣਗੇ ਜਿਹੜੀ ਇਲੈਕਟਿਵ ਸਰਜਰੀਜ਼ ਹੈ, ਕਿਉਂਕਿ 14,000 ਸਰਜਰੀਜ਼ ਹਰ ਮਹੀਨੇ ਬ੍ਰਿਟਿਸ਼ ਕੋਲੰਬੀਆ 'ਚ ਹੁੰਦੀ ਆ, ਜਿਸ 'ਚ ਨਵਾਂ ਗੋਡਾ ਪੈਣਾ ਹੁੰਦਾ, ਕਿਸੇ ਦੇ ਟੌਂਸਲਸ ਦੀ ਸਰਜਰੀ ਹੁੰਦੀ ਹੈ, ਜਾਂ ਹੋਰ ਬੋਡੀ ਦੇ ਸਾਰੇ ਪਾਰਟਸ ਦੀ ਇਲੈਕਟਿਵ ਸਰਜਰੀ ਹੁੰਦੀ ਹੈ। ਉਹ ਹੁਣ ਕਰੀਬਨ 6 ਹਫਤੇ ਹੋ ਗਏ ਬੈਕਲੌਗ 'ਚ ਹੈਗੀ ਆ। ਤਾਂ ਉਹ ਬੈਕਲੌਗ ਜਿਹੜਾ ਵੱਧਦਾ ਜਾਂਦਾ, ਕਿਉਂਕਿ ਗੋਡੇ ਦੀ ਆਲਰੇਡੀ 6 ਮਹੀਨੇ ਦੀ ਵੇਟਿੰਗ ਪੀਰੀਅਡ ਆ। ਸੋ ਉਹ ਨਹੀਂ ਚਾਹੁੰਦੇ। ਇੱਕ ਤਾਂ ਇਲੈਕਟਿਵ ਸਰਜਰੀਜ਼ ਖੁੱਲਣਗੀਆਂ ਪਹਿਲਾਂ, ਦੂਜਾ ਜਿਹੜੇ ਸਕੂਲ ਹੈਗੇ ਆ, ਖਾਸ ਕਰਕੇ ਜਿਹੜੇ ਨਿੱਕੇ ਬੱਚੇ ਆ ਉਹਨਾਂ ਦੇ ਸਕੂਲ, ਜਿਹੜੇ ਹਾਈ ਸਕੂਲ ਵਾਲੇ ਆ, ਮੈਨੂੰ ਲੱਗਦਾ ਵੀ ਇਸ ਸਾਲ ਸ਼ਾਇਦ ਉਹ ਵਰਚੁਅਲ 'ਚ ਹੀ ਰਹਿਣ। ਉਹਨਾਂ ਦੇ ਜਿਹੜੇ ਗ੍ਰੈਜੂਏਸ਼ਨ ਵਾਲੇ ਕਲਾਸਿਸ ਹੈਗੀ ਆ, ਸ਼ਾਇਦ 1-2 ਕਲਾਸਿਸ ਉਹ ਜਾਣ। ਔਰ ਗ੍ਰੈਜੂਏਸ਼ਨ 'ਚ ਵੀ ਡਾਕਟਰ ਬੋਨੀ ਹੈਨਰੀ ਕਹਿੰਦੀ ਆ ਵੀ ਬਹੁਤ ਵੱਡੇ ਇਕੱਠ ਪਹਿਲਾਂ ਹੁੰਦੇ ਸੀ, ਉਹ ਨਾ ਹੋਣ, ਕਿਉਂਕਿ 50 ਦਾ ਜਿਹੜਾ ਹੈਗਾ ਕਪੈਸਿਟੀ ਉਹ ਮੇਨਟੇਨ ਕਰਨੀ ਪੈਣੀ ਉਹਨਾਂ ਨੂੰ। ਜਿਹੜੇ ਨਿੱਕੇ ਬੱਚੇ ਹੈਗੇ ਆ ਉਹਨਾਂ ਦੇ ਲਈ ਫਿਜ਼ੀਕਲ ਡਿਸਟੈਂਸ ਤਾਂ ਸਕੂਲੇ ਕਰਨਾ ਪਊਗਾ। 2 ਆਪਸ਼ਨ ਹੋਣਗੇ, ਜਾਂ ਤੇ ਉਹ ਇੱਕ ਕਲਾਸ ਜਾਊਗੀ ਮਾਰਨਿੰਗ 'ਚ, ਦੂਜੀ ਹੀ ਹਾਫ ਕਲਾਸ ਜਾਊਗੀ ਆਫਟਰਨੂਨ 'ਚ, ਜਾਂ ਫਿਰ ਬੱਚਿਆਂ ਨੂੰ ਵੰਡ ਕੇ ਦਿੱਤਾ ਜਾਊਗਾ ਵੀ ਮੰਡੇ, ਵੈਨਸਡੇ, ਫਰਾਈਡੇ, ਟਿਊਜ਼ਡੇ, ਥਰਸਡੇ, ਫਿਰ ਅਗਲੇ ਹਫਤੇ ਚੇਂਜ ਕਰਕੇ। ਲੇਕਿਨ ਇਹਦੇ ਨਾਲ ਇੱਕ ਦੁਵਿਧਾ ਖੜੀ ਹੁੰਦੀ ਆ ਵੀ ਪੈਰੈਂਟਸ ਆ ਉਹ ਵੀ ਲੱਗਦਾ ਵੀ ਥੋੜਾ ਆਪਣੇ ਜੌਬਾਂ 'ਚ ਜਾਣਗੇ ਜਦੋਂ ਇਹ ਲਿਫਟਿੰਗ ਹੋ ਗਈ, ਤੇ ਉਹਨਾਂ ਦਾ ਫਿਰ ਕਿੱਦਾਂ ਕੋਆਰਡੀਨੇਟ ਹੋਊਗਾ। ਅਗਰ ਉਹਨਾਂ ਦਾ ਬੱਚਾ ਸਿਰਫ 2 ਦਿਨ ਜਾ ਰਿਹਾ ਤੇ 3 ਦਿਨ ਕੌਣ ਸੰਭੂਗਾ? ਅਗਰ ਉਹਨਾਂ ਦਾ ਬੱਚਾ ਹਾਫ ਡੇ ਜਾ ਰਿਹਾ, ਉਹ ਫੁੱਲ ਡੇ ਬਾਹਰ ਜਾ ਰਿਹਾ, ਫਿਰ ਉਹ ਬੱਚੇ ਨੂੰ ਕੌਣ ਚੱਕਰ? ਸੋ ਇਹ ਸਾਰੀਆਂ ਚੀਜ਼ਾਂ ਅਜੇ ਮੈਪ ਆਊਟ ਹੋ ਰਹੀਆਂ, ਔਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਕੁਝ ਟਾਈਮ ਵਾਸਤੇ ਇਹ ਇੱਕ ਫਾਰਮੂਲਾ ਦੇਖਣਾ ਪੈਣਾ ਵੀ ਕਿੱਦਾਂ ਇਹ ਵਰਕਆਊਟ ਕਰਦਾ। ਹੁਣ ਜਿਹੜੀ ਯੂਰਪ ਦੇ ਵਿੱਚ ਐਂਜਲਾ ਮਾਰਕਲ, ਉਹਨਾਂ ਨੇ ਵੀ ਅੱਜ ਹੌਲੀ ਲਾਕਡਾਊਨ ਖੋਲ੍ਹਣਾ ਸ਼ੁਰੂ ਕਰਤਾ, ਦੂਜੇ ਕੰਟਰੀਜ਼ ਵੀ ਕਰ ਰਹੇ ਆ। ਲੇਕਿਨ ਇਹ ਜਿਹੜਾ ਪੈਂਡੇਮਿਕ ਆ ਇਹ ਅਜੇ ਤੱਕ ਨਹੀਂ ਖਤਮ ਹੋਇਆ। ਆਪਾਂ ਆਪੇ ਮਨ 'ਚ ਨਾ ਰੱਖੀਏ ਵੀ ਸਾਡੇ ਕੇਸਿਸ ਘਟ ਗਏ ਆ, ਐਡਮਿਸ਼ਨਸ ਘਟ ਗਈਆਂ, ਮੌਤ ਦੀ ਦਰ ਘਟ ਗਈ। ਕਿਉਂ ਘਟ ਗਈ ਆ? ਕਿਉਂਕਿ ਇਹ ਜਿਹੜਾ ਟਰਾਂਸਮਿਸ਼ਨ ਦਾ ਚੇਨ ਅਸੀਂ ਤੋੜਿਆ ਸੀ ਇੱਕ ਇਨਸਾਨ ਤੋਂ ਦੂਜੇ ਇਨਸਾਨ 'ਚ, ਕਿਉਂਕਿ ਅਸੀਂ ਘਰਾਂ 'ਚ ਬਹਿ ਕੇ, ਅਸੀਂ ਕੰਮਾਂ 'ਚ ਨਹੀਂ ਜਾਂਦੇ ਸੀ। ਸੋ ਵਾਇਰਸ ਜਿੰਨਾ ਕੁ ਹੈਗਾ ਸੀ ਸਪਰੈਡ ਹੋ ਕੇ ਉਹਨੇ ਕੁ ਲੋਕਾਂ ਨੂੰ ਇਨਫੈਕਟ ਹੋ ਕੇ ਉਹ ਹਸਪੀਟਲ ਆਪਣੇ ਕੁਛ ਨਹੀਂ ਬਚ ਪਾਏ, ਲੇਕਿਨ ਬਹੁਤ ਵੱਡੀ ਮਾਤਰਾ 'ਚ ਬਚੇ। ਬੋਨੀ ਹੈਨਰੀ ਜੀ ਕਹਿੰਦੇ ਹੁਣ ਸਾਰੇ ਜਿਹੜੇ ਵਿਅਕਤੀ ਆ ਕੋਵਿਡ-19 ਦੇ ਲੱਛਣ ਦੇ, ਉਹਨਾਂ ਦਾ ਹੁਣ ਟੈਸਟਿੰਗ ਹੋਊਗੀ। ਪਹਿਲਾਂ ਸਾਰਿਆਂ ਦਾ ਨਹੀਂ ਕੀਤਾ ਜਾਂਦਾ ਸੀ। ਪ੍ਰੋਬਲਮ ਇਹ ਸੀ ਵੀ ਟੈਸਟ ਕਿਟ ਨਹੀਂ ਹੈਗੇ ਸੀ, ਜਿਹੜੀ ਮਸ਼ੀਨਾਂ ਉਹਦੇ ਉੱਤੇ 90 ਜਿਹੜੀਆਂ ਨਵੀਆਂ ਮਸ਼ੀਨਾਂ 300 ਟੈਸਟ ਤੁਸੀਂ ਰਨ ਕਰ ਸਕਦੇ ਹੋ 6 ਘੰਟੇ ਬਾਅਦ ਰਿਪੋਰਟ।
ਜਿਹੜਾ ਮੈਂ ਡਿਸਕਸ ਕੀਤਾ ਸੀ ਲਾਸਟ ਵੀਕ ਸਪਾਰਟਨ ਬਾਇਓਸਾਇੰਸ ਦਾ, ਉਹ ਕਿਊਬ ਵਾਂਗਰ ਹੁੰਦਾ, ਟਿਸ਼ੂ ਪੇਪਰ ਜਿੰਨਾ, ਬਟ ਪੰਗਾ ਵੀ ਇੱਕ ਟੈਸਟ ਇੱਕੋ ਵਾਰੀ ਪੈਂਦਾ ਜਿਹੜਾ 30 ਤੋਂ 60 ਮਿੰਟ ਲਾਉਂਦਾ। ਸੋ ਉਹ ਰਿਮੋਟ ਏਰੀਆਸ ਵਾਸਤੇ ਸੀ ਬੇਸਿਕਲੀ। ਸੋ ਇਹ ਜਿਹੜਾ ਟੈਸਟਿੰਗ ਦੀ ਜਿਹੜੀ ਹੈਗੀ ਦਰ ਵਧੂਗੀ, ਭਾਵੇਂ ਅਸੀਂ ਕਹੀਏ BC 'ਚ ਹੁਣ 1699 ਪੋਜ਼ੀਟਿਵ, ਲੇਕਿਨ ਉਹ ਐਕਚੁਅਲ ਨੰਬਰ ਸਹੀ ਨਹੀਂ ਹੈਗਾ। ਐਕਚੁਅਲ ਨੰਬਰ ਤਾਂ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਸਾਨੂੰ ਪਤਾ 2 ਤੋਂ 3 ਟਾਈਮ ਜ਼ਿਆਦਾ ਹੁੰਦਾ ਜਿੰਨੇ ਅਸੀਂ ਟੈਸਟਿੰਗ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਟੈਸਟਿੰਗ ਨਹੀਂ ਹੋਈ। ਜਿਨ੍ਹਾਂ ਨੂੰ COVID-19 ਵੀ ਸੀ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਸੀ ਵੀ ਤੁਸੀਂ ਸੈਲਫ ਆਈਸੋਲੇਸ਼ਨ 'ਚ ਰਹੋ, ਮੋਨੀਟਰ ਕਰਾਓ, ਅਗਰ ਟਰਬਲ ਆਊਗਾ ਤਾਂ ਆਇਓ। ਸੋ ਇਹ ਹੁਣ ਐਡਵਾਂਸ ਟੈਸਟਿੰਗ ਹੋਏਗੀ। ਥੋੜਾ ਜਿਹਾ ਹੈਲਥ ਕੈਨੇਡਾ ਐਂਟੀਬੋਡੀ ਟੈਸਟ, ਹੁਣ ਐਂਟੀਬੋਡੀ ਦਾ ਪੰਗਾ ਇਹ ਆ ਵੀ 7 ਕਿਸਮ ਦੇ ਕਰੋਨਾ ਵਾਇਰਸ ਆ, 6 ਦੀ ਸਾਨੂੰ ਨੌਲੇਜ ਪਹਿਲਾਂ ਹੈਗੀ ਸੀ, ਇਹ 7ਵਾਂ ਜਿਹਨੂੰ ਆਪਾਂ ਸਾਰਸ ਨੋਵੋ ਕਰੋਨਾ ਵਾਇਰਸ ਕਹਿੰਦੇ ਆ ਜਾਂ COVID-19। ਸੋ ਕਿਤੇ ਨਾ ਕਿਤੇ ਕੀ ਪਤਾ ਐਂਟੀਬੋਡੀਜ਼ ਪਹਿਲੇ ਕਰੋਨਾ ਵਾਇਰਸ ਦੀ ਪੋਜ਼ਿਟਿਵ ਨਾ ਸ਼ੋ ਹੋ ਜਾਏ। ਜਿਹੜੀ IgM ਹੁੰਦੀ ਹੈ ਐਂਟੀਬੋਡੀ, ਉਹ ਹੁੰਦੀ ਹੈ ਵੀ ਹੁਣੇ ਇਨਫੈਕਸ਼ਨ ਹੋ ਕੇ ਹਟਿਆ। IgG ਦਾ ਮਤਲਬ ਹੁੰਦਾ ਵੀ ਪਿਛੋਕੜ 'ਚ ਕਦੇ ਵੀ ਹੋਇਆ ਹੋਏਗਾ। ਸੋ ਕਿਤੇ ਨਾ ਕਿਤੇ ਉਹ ਟੈਸਟਿੰਗ ਵੀ ਸਾਨੂੰ ਥੋੜੀ ਰਿਫਾਈਨ ਕਰਨੀ ਪੈਣੀ ਆ। ਦਵਾਈਆਂ ਦੇ ਵਿੱਚ 2 ਚੀਜ਼ਾਂ ਸਾਹਮਣੇ ਆਈਆਂ। ਇੱਕ ਫਰਾਈਡੇ ਨੂੰ ਸਟੱਡੀ ਪਬਲਿਸ਼ ਹੋਈ ਸੀ ਰੈਮਡੇਸਿਵਿਰ, ਉਹ ਐਂਟੀਵਾਇਰਲ ਦਵਾਈ ਹੈਗੀ ਆ ਜਿਹੜੀ ਕੁਝ ਮਰੀਜ਼ਾਂ ਦੇ ਵਿੱਚ ਬਹੁਤ ਸੋਹਣਾ ਉਹਨੇ ਕੰਮ ਕੀਤਾ। ਹੈਗੀ ਮਹਿੰਗੀ ਆ, $1000 ਪਰ ਟ੍ਰੀਟਮੈਂਟ ਦਾ ਉਹਦਾ ਖਰਚਾ ਪੈਂਦਾ, ਲੇਕਿਨ ਉਹ ਕੰਪਨੀ ਨੇ ਫ੍ਰੀ ਦਿੱਤੀਆਂ ਸੀ ਵੀ ਟਰਾਇਲ ਕੀਤੀ ਜਾਵੇ। ਸਟੱਡੀ ਪਬਲਿਸ਼ ਹੋ ਗਈ। ਦੂਜੇ ਜਿਹੜੇ ਇਜ਼ਰਾਈਲ ਵਾਲੇ ਆ, ਉਹ ਜਿਹੜਾ ਪਲੇਸੈਂਟਾ ਹੁੰਦਾ ਜਿਹਨੂੰ ਆਪਾਂ ਨਾਲ ਕਹਿੰਦੇ ਆ ਜਾਂ ਆਫਟਰ ਬਰਥ ਪੈਨਕੇ ਵਾਂਗਰ ਹੁੰਦਾ ਨਾ, ਜਿਹੜਾ ਬੱਚੇ ਨੂੰ ਨਾੜੂ ਦੇ ਨਾਲ ਫੀਡ ਕਰਦਾ ਮਦਰ ਦੇ ਯੂਟਰਸ ਦੇ ਵਿੱਚ, ਪਲੇਸੈਂਟਾ ਉਹਨੂੰ ਕਹਿੰਦੇ। ਮੈਨੂੰ ਪੰਜਾਬੀ ਲਫ਼ਜ਼ ਨਹੀਂ ਆਉਂਦਾ, ਹਿੰਦੀ ਲਫ਼ਜ਼ ਹੈਗਾ ਨਾਲ। ਸੋ ਉਹਦੇ ਜਿਹੜੇ ਸੈਲਸ ਹੁੰਦੇ ਆ ਪਲੇਸੈਂਟਲ ਸੈਲ ਐਕਸਟ੍ਰੈਕਟ, ਉਹ ਕਈ ਵਾਰ ਯੂਜ਼ ਕੀਤੇ ਜਾਂਦੇ ਆ। ਉਹ ਵੀ ਇੱਕ ਬਾਇਓਟੈਕ ਕੰਪਨੀ ਆ। ਉਹ ਪਲੇਸੈਂਟਲ ਸੈਲ ਐਕਸਪੈਂਡਰਸ ਹੁੰਦੇ ਆ, ਉਹ ਵੀ ਯੂਜ਼ ਕੀਤੇ ਗਏ ਕੁਝ ਬਹੁਤ ਜ਼ਿਆਦਾ ਸਿਕ ਪੇਸ਼ੈਂਟਸ 'ਚ, ਤੇ ਉਹਨੇ ਵੀ ਹੈਲਪ ਕੀਤੀ ਆ। ਲੇਕਿਨ ਇਹ ਸਟੱਡੀਜ਼ ਅਜੇ ਹੋ ਰਹੀਆਂ, ਇਹ ਸਾਹਮਣੇ ਨਹੀਂ ਆਈਆਂ। ਵੈਕਸੀਨ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਮਤਲਬ ਤਾਦਾਦ 'ਚ ਹਰ ਕੰਟਰੀਜ਼ ਕਰ ਰਹੀਆਂ। ਕਈ ਕੰਟਰੀ 'ਚ 2-2, 3-3 ਟਰਾਇਲਸ ਚੱਲ ਰਹੇ ਆ। ਓਨਟੇਰੀਓ 'ਚ ਨੱਕ ਦੀ ਸਪਰੇਅ ਦੇ ਨਾਲ ਵੈਕਸੀਨ ਦੇਣਾ, ਉਹਦੀ ਵੀ ਟਰਾਇਲ ਚੱਲ ਰਹੀ ਆ, ਕਿਉਂਕਿ ਫਲੂ ਦੇ ਵਿੱਚ ਟੀਕਾ ਵੀ ਮਿਲਦਾ ਤੇ ਫਲੂ ਮਿਸਟ ਜਿਹੜੀ ਨੱਕ ਦੀ ਸਪਰੇਅ ਉਹ ਵੀ ਹੁੰਦੀ ਆ। ਸੋ ਕਿਤੇ ਨਾ ਕਿਤੇ ਕੁਝ ਸਾਨੂੰ ਸਕਸੈਸ ਹੋਏਗੀ ਵੀ ਇਵੈਂਚੁਅਲੀ ਵੈਕਸੀਨ ਆਊਗੀ। ਵੈਕਸੀਨ ਜਿਹੜੀ ਆ ਉਹ ਨੀਡਲ 'ਚ ਵੀ ਆਊਗੀ, ਮਾਈਕਰੋ ਨੀਡਲਸ 'ਚ ਵੀ ਆਉਣਗੀਆਂ। ਮਾਈਕਰੋ ਨੀਡਲਸ ਇਹ ਹੁੰਦਾ ਵੀ ਜਿੱਦਾਂ ਬੈਂਡੇਡ ਹੁੰਦੀ ਆ, ਉਹਦੇ ਅੰਦਰ ਬਹੁਤ ਪਤਲੀਆਂ ਪਤਲੀਆਂ ਸੂਈਆਂ ਹੁੰਦੀਆਂ, ਉਹ ਲਾ ਦੋ ਬੈਂਡੇਡ ਤੇ ਪੇਨ ਨਹੀਂ ਹੁੰਦੀ। ਸੋ ਬੱਚਿਆਂ ਦੇ ਲਈ ਸ਼ਾਇਦ ਉਹ ਵਧੀਆ ਹੋਊਗੀ, ਲੇਕਿਨ ਅਜੇ ਟਾਈਮ ਹੈ ਵੈਕਸੀਨ ਹੋਣ ਨੂੰ, ਸਾਲ ਤੋਂ ਜ਼ਿਆਦਾ ਟਾਈਮ ਲੱਗੂਗਾ। ਸੰਸਾਰ ਭਰ 'ਚ 2.5 ਮਿਲੀਅਨ ਲੋਕਾਂ ਨੂੰ ਇਹ ਮਹਾਮਾਰੀ ਦੇ ਡਾਇਗਨੋਸਿਸ ਦੇ ਪੋਜ਼ਿਟਿਵ ਕੇਸ ਹੈ, ਜ਼ਿਆਦਾ ਇਨਫੈਕਟਡ ਲੋਕ ਹੋਣਗੇ। ਕਰੀਬਨ ਇਹਦੇ ਵਿੱਚੋਂ 35% ਜਿਹੜੇ ਹੈਗੇ ਰਿਕਵਰ ਹੋ ਚੁੱਕੇ ਆ। 1,70,000 ਦੇ ਕਰੀਬ ਨਹੀਂ ਬਚ ਪਾਏ। ਲੇਕਿਨ ਦੇਖੋ ਸਾਡਾ ਫੋਕਸ ਹੋਣਾ ਚਾਹੀਦਾ ਰੈਸੀਡੈਂਸ਼ੀਅਲ ਕੇਅਰ ਹੋਮ, ਕਿਉਂਕਿ ਅਗਰ ਆਪਾਂ ਦੇਖੀਏ ਉੱਥੇ ਜ਼ਿਆਦਾ ਡੈਥ ਹੈਗੀ ਆ, ਉੱਥੇ ਰਿਸੋਰਸਿਸ ਜਿਹੜੇ ਹੈਗੇ ਡਬਲ ਟ੍ਰਿਪਲ ਕਰਨੇ ਚਾਹੀਦੇ। ਹਸਪੀਟਲਾਂ ਦੇ ਵਿੱਚ ਤਾਂ ਨੰਬਰ ਘਟਦੇ ਜਾ ਰਹੇ ਆ, ਡੈਥ ਘਟਦੇ ਜਾ ਰਹੇ ਆ, ਵੈਂਟੀਲੇਟਰ ਦੇ ਉੱਤੇ ਜਿਹੜੇ ਹੈਗੇ ਲੋਕੀ ਘਟਦੇ ਜਾ ਰਹੇ ਆ। ਜਿਹੜੇ ਨਾ ਸਾਡੇ ਹਸਪੀਟਲ ਦੇ ਵਿੱਚ ਵੈਂਟੀਲੇਟਰ 'ਤੇ ਵੀ ਜਦੋਂ ਪਾਉਂਦੇ ਆ, ਉਹ ਬੜਾ ਸਿਲੈਕਟਿਵ ਕ੍ਰਾਈਟੇਰੀਆ ਹੋ ਗਿਆ। ਅਗਰ ਇਨਸਾਨ 65 ਸਾਲ ਤੋਂ ਉੱਤੇ ਆ, ਉਹਨੂੰ ਬਹੁਤ ਸਾਰੀਆਂ ਬਿਮਾਰੀਆਂ, ਤਾਂ ਕਈ ਵਾਰ ਉਹਦੇ ਨਾਲ ਔਰ ਉਹਦੀ ਫੈਮਿਲੀ ਨਾਲ ਡਿਸਕਸ਼ਨ ਕੀਤਾ ਜਾਂਦਾ ਵੀ ਵੈਂਟੀਲੇਟਰ 'ਚ ਪਾਉਣਾ ਕਿ ਨਹੀਂ ਪਾਉਣਾ। ਸੋ ਇੱਕ 50 ਸਾਲ ਦਾ ਵਿਅਕਤੀ ਆ, ਯੈਸ ਉਹਨੂੰ ਪਾਇਆ ਜਾਂਦਾ, ਲੇਕਿਨ ਜਿਉਂ-ਜਿਉਂ ਉਮਰ ਵੱਧਦੀ ਹੈ ਕਈ ਵਾਰ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਜਾਂਦੀ ਹੈ। ਸੋ ਕਈ ਕ੍ਰਾਈਟੇਰੀਆਜ਼ ਜਿਹੜੇ ਹੈਗੇ ਮੈਡੀਕਲ ਫੈਕਲਟੀਜ਼ ਫੋਲੋ ਕਰਦੀ ਆ। ਦੂਜੀ ਜਸਕਰਨ ਜੀ, ਇੱਕ ਸਟੱਡੀ ਆਈ ਸੀ ਵੀ ਜਿਵੇਂ ਨਿਊਯਾਰਕ ਦੇ ਵਿੱਚ ਵੀ ਇਕੁਅਲੀ ਹੁੰਦਾ ਬੰਦਿਆਂ ਨੂੰ ਤੇ ਜਨਾਨੀਆਂ ਨੂੰ, ਉਹ ਦਰ ਦਾ ਇਨਫੈਕਸ਼ਨ ਦੀ ਇਕੁਅਲ ਆ, ਲੇਕਿਨ ਬੰਦੇ 2 ਟਾਈਮਸ ਜ਼ਿਆਦਾ ਜਨਾਨੀਆਂ ਨਾਲੋਂ ਮਰ ਰਹੇ ਆ। ਉਹਦੀ ਫਿਰ ਰੀਜ਼ਨ ਉਹਨਾਂ ਨੇ ਇਹ ਲੱਭੀ ਆ ਵੀ ਜਿਹੜਾ ਐਕਸ ਕ੍ਰੋਮੋਸੋਮ ਆ ਲੇਡੀਜ਼ 'ਚ ਹੈਗੇ 2, ਬੰਦੇ 'ਚ ਇੱਕ ਐਕਸ ਆ ਤੇ ਇੱਕ ਵਾਈ ਆ। ਜਿਹੜਾ ਐਕਸ ਕ੍ਰੋਮੋਸੋਮ ਹੈ ਉਹ 'ਚ 60 ਜੀਨਸ ਹੁੰਦੀਆਂ ਜਿਹੜੀਆਂ ਸਾਡੀ ਇਮਿਊਨ ਸਿਸਟਮ ਨੂੰ ਮੋਡੂਲੇਟ ਕਰਦੀਆਂ, ਔਰ ਇੱਕ ਕ੍ਰੋਮੋਸੋਮ ਐਕਟਿਵ ਹੋਗਾ, ਦੂਜਾ ਡੋਰਮੈਂਟ ਹੋ ਜਾਂਦਾ। ਲੇਡੀਜ਼ 'ਚ 2 ਆ, ਲੇਕਿਨ ਦੂਜੇ ਕ੍ਰੋਮੋਸੋਮ 'ਚ ਵੀ 15% ਜੀਨਸ ਸਹਾਈ ਹੁੰਦੀਆਂ। ਸੋ ਕਿਤੇ ਨਾ ਕਿਤੇ ਉਹਨਾਂ ਕੋਲ 15% ਐਕਸਟਰਾ ਜੀਨਸ ਹੈਗੀਆਂ ਜਿਹੜੀ ਇਮਿਊਨ ਸਿਸਟਮ ਨੂੰ ਹੈਲਪ ਕਰਦੀਆਂ। ਦੂਜਾ ਜਿਹੜਾ ਟੈਸਟੋਸਟੇਰੋਨ ਹਾਰਮੋਨ ਆ, ਉਹ ਸਾਡੇ ਇਮਿਊਨ ਸਿਸਟਮ ਨੂੰ ਥੋੜਾ ਸਪਰੈਸ ਕਰਦਾ, ਜਿਹੜਾ ਮੇਲ 'ਚ ਹੁੰਦਾ। ਤੀਜੀ ਗੱਲ, ਜਿਹੜਾ ਇਹਦਾ ਅਟੈਚਮੈਂਟ ਪੁਆਇੰਟ ਹੈ ਵਾਇਰਸ ਦਾ, ਉਹ ਹੈਗਾ ACE2 ਰਿਸੈਪਟਰਸ। ਉਹ ਸਾਡੇ ਨੱਕ 'ਚ ਆ, ਸਾਹ ਦੇ ਨਾਲ ਹੀ ਲੰਗਸ, ਸਾਡੇ ਹਾਰਟ 'ਚ ਆ, ਕਿਡਨੀ 'ਚ ਆ, ਔਰ ਟੈਸਟੀਕਲਸ 'ਚ ਆ। ਲੇਡੀਜ਼ 'ਚ ਟੈਸਟੀਕਲਸ ਨਹੀਂ ਹੈਗੇ। ਸੋ ਇਸ ਲਈ ਕਿਤੇ ਨਾ ਕਿਤੇ ਸਟੱਡੀਜ਼ ਆ ਰਹੀਆਂ ਹੌਲੀ ਹੌਲੀ ਵੀ ਕਿਉਂ ਬੰਦਿਆਂ ਨੂੰ ਇਹ ਜ਼ਿਆਦਾ ਘਾਤਕ ਸਾਬਿਤ ਹੋ ਰਿਹਾ। ਦੂਜੀ ਜਿਹੜੀ ਗੱਲ ਹੈਗੀ ਆ ਵੀ ਜਿਹੜਾ ਸਾਡਾ ਨਾ ਫਿਜ਼ੀਕਲ ਡਿਸਟੈਂਸ ਹੈ, ਮੈਨੂੰ ਲੱਗਦਾ ਵੀ ਸਾਲ ਨਹੀਂ ਤੇ ਹੋ ਸਕਦਾ 2 ਸਾਲ ਵੀ ਸਾਨੂੰ ਕਰਨਾ ਪਏ।
ਜਿਹੜਾ ਸਾਡਾ ਇੰਟਰਨੈਸ਼ਨਲ ਟਰੈਵਲਿੰਗ ਆ ਉਹ ਸਾਨੂੰ ਸੋਚਣਾ ਚਾਹੀਦਾ ਵੀ ਇਸ ਸਾਲ ਤਾਂ ਅਸੀਂ ਨਾ ਹੀ ਕਰੀਏ ਔਰ ਨਾ ਹੀ ਕਰਨ ਦੇਣਾ ਕਿਸੇ ਨੇ। ਅਗਰ ਪਲੇਨ 'ਚ ਵੀ ਚੜਾਂਗੇ ਤੇ ਉਹਦੇ ਬੜੇ ਸਿਲੈਕਟਿਵ ਕ੍ਰਾਈਟੇਰੀਆ ਹੋਣਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਬਾਹਰੋਂ ਵਿਅਕਤੀ ਫੇਰ ਕੋਵਿਡ ਲੈ ਕੇ ਇਸ ਧਰਤੀ ਤੇ ਆਵੇ, ਕਿਉਂਕਿ ਜਿੰਨਾ ਕੁ ਅਸੀਂ ਸਾਂਭ ਸਕਦੇ ਆ ਉਨੇ ਕੁ ਸਾਡੇ ਕੋਲ ਰਿਸੋਰਸਿਸ ਚਾਹੀਦੇ ਆ। ਔਰ ਗ੍ਰੈਜੂਅਲੀ ਲੋਕਡਾਊਨ ਜਿਹੜੀ ਹੈਗੀ ਖੁੱਲੂਗੀ, ਹੈਂਡ ਵਾਸ਼ਿੰਗ ਜਾਰੀ ਰਹੂਗਾ, ਜਦੋਂ ਬਾਹਰ ਜਾਂਦੇ ਮਾਸਕ ਜ਼ਰੂਰ ਪਾਇਆ ਕਰੀਏ। ਮੈਂ ਵੀਕਐਂਡ 'ਚ ਵੀ ਰੇਡੀਓ ਪ੍ਰੋਗਰਾਮ ਕੀਤਾ ਸੀ, ਟਰੱਕਰਸ ਤੇ ਮੈਨੂੰ ਬਹੁਤ ਕਾਲ ਆਏ ਸੀ। ਸੋ ਕਈ ਵਾਰ ਅਗਰ ਤੁਹਾਡੇ ਕੋਲ ਗਲਵਸ ਹੈਗੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ, ਡਿਸਪੋਜ਼ੇਬਲ ਗਲਵਸ ਵਧੀਆ ਹੁੰਦੇ ਆ, ਲੇਕਿਨ ਦੂਜੇ ਲੈਂਦੇ ਆ ਤਾਂ ਫਿਰ ਤੁਸੀਂ ਅੱਛੀ ਤਰ੍ਹਾਂ ਉਹਨੂੰ ਸਾਬਣ ਔਰ ਪਾਣੀ ਨਾਲ ਧੋ ਕੇ ਸੁਕਾ ਕੇ ਫਿਰ ਯੂਜ਼ ਕਰਨੇ ਚਾਹੀਦੇ ਆ। ਬਾਕੀ ਦੇਖੋ ਇਹ ਹੁਣ ਮਹਾਮਾਰੀ ਆ, ਇਹ ਇਮੀਡੀਏਟਲੀ ਜਾਣ ਵਾਲੀ ਨਹੀਂ ਆ, ਸਾਨੂੰ ਲਰਨ ਕਰਨਾ ਪੈਣਾ ਵੀ ਇਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਕਿੱਦਾਂ ਡਿਫਰੈਂਟ ਤਰੀਕੇ ਦੇ ਨਾਲ ਬਿਤਾਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਨਫੈਕਟ ਨਾ ਹੋਈਏ ਤੇ ਆਪ ਕਿਸੇ ਨੂੰ ਇਨਫੈਕਸ਼ਨ ਨਾ ਦਈਏ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ ਔਰ ਤੁਹਾਨੂੰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਇੱਕ ਐਗਜ਼ਾਮਪਲ ਸੈੱਟ ਕਰਨ ਦੇ ਲਈ ਖਾਸ ਕਰ ਜੀ। ਬਹੁਤ ਬਹੁਤ ਧੰਨਵਾਦ ਔਰ ਹਮੇਸ਼ਾ ਸ਼ਬਦ ਗੁਰੂ ਦਾ ਓਟ ਆਸਰਾ ਲਓ ਔਰ 4 ਲਾਵਾਂ ਜਿਹੜੀਆਂ ਹੈਗੀਆਂ ਉਹਦਾ ਜਿਹੜਾ ਬੇਸਿਕ ਹੈਗਾ ਉਹ ਆਪਣੇ ਮਨ 'ਚ ਰੱਖੋ। ਇਹ ਹੈਗਾ ਪਰਮਾਤਮ ਮਾਰਗ ਦੇ ਨਾਲ, ਕਿਉਂਕਿ ਜਿੱਥੇ ਬੰਦੇ ਔਰ ਜਨਾਨੀ ਦਾ ਵਿਆਹ ਆ ਉੱਥੇ ਇੰਡੀਵਿਜੂਅਲ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਵੀ ਵਿਆਹ ਹੋ ਰਿਹਾ ਔਰ ਉਹ ਅਸਲੀ ਵਿਆਹ ਹੁਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਦੋਸਤੋ ਇਸ ਸਨ ਡਾਕਟਰ ਪ੍ਰਗਟ ਸਿੰਘ ਭੁਰ ਜੀ, ਇਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਜ਼ਰੂਰ ਤੁਸੀਂ ਇਹਨੂੰ ਸੋਸ਼ਲ ਮੀਡੀਆ 'ਤੇ ਡਾਕਟਰ ਪ੍ਰਗਟ ਸਿੰਘ ਭੁਰ ਜੀ ਲਿਖੋਗੇ ਜਦੋਂ ਤੇ ਤੁਹਾਨੂੰ ਇਹਨਾਂ ਦਾ ਆਉਂਦਾ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਐਗਜ਼ਾਮਪਲ ਸੈੱਟ ਹੋਈ ਆ। ਲੋਕਾਂ ਨੇ ਸਟਰੀਟ ਦੇ ਉੱਤੇ ਕਾਰਾਂ ਦੇ ਵਿੱਚ ਜਾ ਕੇ ਔਰ ਜਿਹੜਾ ਉਹ ਕਪਲ ਆਊਟ ਡਰਾਈਵੇ ਦੇ ਵਿੱਚ ਖੜ੍ਹਾ ਆ ਉੱਥੋਂ ਦੂਰੋਂ ਹੱਥ ਹਿਲਾ ਕੇ ਕਿੱਦਾਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਉਹਨਾਂ ਨੂੰ ਜਿਹੜਾ ਆਪਣੀਆਂ ਸ਼ੁਭ ਇਛਾਵਾਂ ਉਹਨਾਂ ਨੂੰ ਦਿੱਤੀਆਂ। ਔਰ ਇਹ ਅੱਜ ਆਉਣ ਵਾਲੇ ਸਮੇਂ ਦੀ ਇੱਕ ਉਦਾਹਰਨ ਵੀ ਆ ਕਿ ਇਸ ਤਰ੍ਹਾਂ ਹੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ, ਕੁਝ ਨਵੀਆਂ ਅਪਡੇਟਸ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।